ਹੈ ਮੁਲਕੀ ਹਾਲਾਤ ਇਸ ਟਾਈਮ ਤੇ ਬਿਲਕੁਲ ਡਾਊਨ ਹੈਗੇ, ਬੁਰਾਨ ਹੈਗਾ, ਮਹਿੰਗਾਈ ਬੜੀ ਹੋ ਗਈ ਹੈ, ਲੋਕਾਂ ਦੀ ਸਖਤ ਨਹੀਂ ਗੀ ਪ੍ਰਾਪਰਟੀ ਖਰੀਦਣ ਦੀ। ਜਦੋਂ ਇੱਥੇ ਤਰੱਕੀ ਹੋਣ ਲੱਗਦੀ ਹੈ ਤੇ ਜਿਹੜੇ ਸਾਡੇ ਹੁਕਮਰਾਨ ਹੈਗੇ ਉਹਨਾਂ ਦੀਆਂ ਲੱਤਾਂ ਖਿੱਚ ਲੈਂਦੇ ਨੇ। ਪ੍ਰਾਪਰਟੀ ਦੇ ਉੱਤੇ ਟੈਕਸ ਇੰਨੇ ਕੁ ਲੱਗ ਗਿਆ ਹੀ ਹੈ, ਇਨਸਾਨ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਇਨਸ਼ਾਅੱਲਾ ਤਾਲਾ ਜੀ ਬਿਲਕੁਲ ਹਾਲਾਤ ਬਿਹਤਰ ਹੋਣ, ਗਵਰਨਮੈਂਟ ਚੇਂਜ ਹੋਈ, ਪ੍ਰਾਪਰਟੀ ਦੇ ਹਾਲਾਤ ਵੀ ਬਿਹਤਰ ਹੋਣਗੇ। ਸਰਮਾਇਆਕਾਰੀ ਬਾਹਰੋਂ ਆ ਰਹੀ ਹੈ, ਤੁਸੀਂ ਦੇਖ ਹੀ ਰਹੇ ਹੋ। ਜ਼ਿਆਦਾਤਰ ਸਾਡੇ ਕੋਲ ਓਵਰਸੀਜ਼ ਕਾਫੀ ਹੈਗੇ ਹੈ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੈ। ਮਾਸ਼ਾਅੱਲਾ ਸਿਲਸਿਲਾ ਉਹਨਾਂ ਦੇ ਨਾਲ ਬਹੁਤ ਅੱਛਾ ਜਾ ਰਿਹਾ ਸਾਡਾ। ਕਿਸੇ ਕੰਟੂਟੇ ਦੀ ਛੱਡ ਕੇ ਕਿਸੇ ਦੀ ਜ਼ਰੂਰਤ ਨਹੀਂ ਗੀ ਕਿ ਇਹ ਸਾਡੇ ਨਾਲ ਕੋਈ ਪੰਗਾ ਲੈ ਇਸ ਕੰਮ ਦੇ ਅੰਦਰ। ਨਾ ਆਪ करने ना ਕਰਨ देने ਕਿਸੇ ਨੂੰ ਇਹ ਕੰਮ। बिस्मिल्लाहिर्रहमानिर्रहीम, अस्सलाम वालेकुम। मैं हूं अब्दुल हन्नान चौधरी, BNN डिजिटल मीडिया नेटवर्क से। ਲਾਹੌਰ ਦੇ ਵਿੱਚ ਪ੍ਰਾਪਰਟੀ ਦੀ ਦੁਨੀਆ 'ਚ ਇੱਕ ਬਹੁਤ ਬੜਾ ਨਾਮ, ਜਿਨ੍ਹਾਂ ਦੀ ਲਾਹੌਰ ਸਗੀਆਂ ਤੋਂ ਸ਼ੁਰੂ ਹੋ ਕੇ ਪੂਰੇ ਅੰਦਰੂਨ ਲਾਹੌਰ, ਬੈਰੂਨ, ਜਦੀਦ ਲਾਹੌਰ ਤੇ ਕਦੀਮ ਲਾਹੌਰ, ਪ੍ਰਾਪਰਟੀ ਦੀ ਦੁਨੀਆ 'ਚ ਇੱਕ ਬੜੀ ਸ਼ਾਨਦਾਰ ਪਹਿਚਾਨ ਤੇ ਸਾਖ ਹੈ। ਅਸੀਂ ਮੌਜੂਦ ਹਾਂ ਚੀਫ ਐਗਜ਼ੈਕਟਿਵ ਬੱਟ ਸਟੇਟ ਨਦੀਮ ਬੱਟ ਸਾਹਿਬ ਦੇ ਨਾਲ, ਉਹਨਾਂ ਦੇ ਆਫਿਸ ਵਿੱਚ। ਉਹਨਾਂ ਕੋਲ ਪੁੱਛਾਂਗੇ ਬੱਟ ਸਾਹਿਬ ਅੱਜ ਦੇ ਤਾਜ਼ਾ ਤਰੀਨ ਹਾਲਾਤ ਵਿੱਚ ਪ੍ਰਾਪਰਟੀ ਦੇ, ਰੀਅਲ ਸਟੇਟ ਬਿਜ਼ਨਸ ਸੈਕਟਰ ਦੇ ਕੀ ਹਾਲਾਤ ਨੇ ਤੇ ਇਸ ਬਾਰੇ ਕੀ ਰਾਏ ਰੱਖਦੇ ਨੇ। ਬੱਟ ਸਾਹਿਬ ਬੇहद ਸ਼ੁਕਰੀਆ ਟਾਈਮ ਦੇਣ ਦਾ, ਤੇ ਜ਼ਰਾ ਦੱਸੋ ਪ੍ਰਾਪਰਟੀ ਦੇ ਅੱਜ ਕੱਲ੍ਹ ਹਾਲਾਤ ਕੀ ਨੇ। ਜੀ ਬਿਸਮਿल्लाह रहमान रहीम। ਹਾਲਾਤ ਤੁਹਾਨੂੰ ਪਤਾ ਹੈ ਮੁਲਕੀ ਹਾਲਾਤ ਇਸ ਟਾਈਮ ਤੇ ਬਿਲਕੁਲ ਡਾਊਨ ਹੈਗੇ, ਬੁਰਾਨ ਹੈਗਾ ਹਰ ਚੀਜ਼ ਦਾ। ਮਹਿੰਗਾਈ ਬੜੀ ਹੋ ਗਈ ਹੈ ਜਿਹਦੀ ਵਜ੍ਹਾ ਨਾਲ ਲੋਕਾਂ ਦੀ ਸਖਤ ਨਹੀਂ ਗੀ ਪ੍ਰਾਪਰਟੀ ਖਰੀਦਣ ਦੀ। ਬਹਰਹਾਲ ਇਨਸ਼ਾਅੱਲਾ ਤਾਲਾ ਅੱਜ ਬੁਰੇ ਦਿਨ ਵੀ ਨਹੀਂ ਰਹੇ ਤੇ ਅੱਛੇ ਦਿਨ ਵੀ ਆਉਣਗੇ ਨਾ ਇਨਸ਼ਾਅੱਲਾ ਤਾਲਾ। ਤੇ ਪ੍ਰਾਪਰਟੀ ਜਿਹੜੀ ਹੈ ਬੂਮ ਕਰੇਗੀ। ਹੁਣ ਬਾਹਰੋਂ ਸਰਮਾਇਆਕਾਰੀ ਆ ਰਹੀ ਹੈ ਤੇ ਇਨਸ਼ਾਅੱਲਾ ਤਾਲਾ ਕੰਮ ਚੱਲੇਗਾ ਪ੍ਰਾਪਰਟੀ ਦਾ। ਬੱਟ ਸਾਹਿਬ ਤੁਸੀਂ ਬੈਰੂਨੀ ਦੁਨੀਆ 'ਚ ਵੀ ਜਾਂਦੇ ਹੋ, ਬਾਹਰਲੇ ਮੁਲਕਾਂ ਦੇ ਵਿਜ਼ਿਟ ਵੀ ਕਰਦੇ ਹੋ, ਤੁਹਾਡੇ ਦੋਸਤ ਵੀ ਬਿਜ਼ਨਸਮੈਨ ਪੂਰੀ ਦੁਨੀਆ 'ਚ ਮੌਜੂਦ ਨੇ। ਜਿਹੜੀ ਦੁਬਈ ਨੇ ਤਰੱਕੀ ਕੀਤੀ ਹੈ ਨਾ ਜੀ, ਉਹ ਰੀਅਲ ਸਟੇਟ ਬਿਜ਼ਨਸ ਤੋਂ ਕੀਤੀ, ਪ੍ਰਾਪਰਟੀ ਤੋਂ ਕੀਤੀ। ਉੱਚੀਆਂ ਉੱਚੀਆਂ ਬਿਲਡਿੰਗਾਂ, ਪਲਾਜ਼ੇ, ਕਮਰਸ਼ੀਅਲ ਬਣਾ ਕੇ ਉਹਨਾਂ ਨੇ ਕੀਤੀ। ਪਾਕਿਸਤਾਨ 'ਚ ਇਸ ਤਰ੍ਹਾਂ ਤਰੱਕੀ ਕਿਉਂ ਨਹੀਂ ਹੋ ਸਕਦੀ? ਜਦੋਂ ਇੱਥੇ ਤਰੱਕੀ ਹੋਣ ਲੱਗਦੀ ਹੈ ਤੇ ਜਿਹੜੇ ਸਾਡੇ ਹੁਕਮਰਾਨ ਹੈਗੇ ਉਹਨਾਂ ਦੀਆਂ ਲੱਤਾਂ ਖਿੱਚ ਲੈਂਦੇ ਨੇ। ਟੈਕਸ ਇੰਨੇ ਲਾ ਦਿੰਦੇ ਨੇ, ਪ੍ਰਾਪਰਟੀ ਦੇ ਉੱਤੇ ਟੈਕਸ ਇੰਨੇ ਕੁ ਲੱਗ ਗਿਆ ਹੀ ਹੈ, ਇਨਸਾਨ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਇੱਕ ਪ੍ਰਾਪਰਟੀ ਅਗਰ ਪਹਿਲੇ ਵੇਚਦੀ ਸੀ 5-5 6-6 ਹੱਥ, ਤੇ ਉਹੀ ਪ੍ਰਾਪਰਟੀ ਹੁਣ ਇੱਕ ਬੰਦੇ ਕੋਲ ਹੀ ਰਹਿੰਦੀ ਹੈ। ਉਹ ਪਹਿਲੇ ਸੋਚਦਾ ਕਿ ਇਹਦੇ ਪਿੱਛੇ ਸਾਨੂੰ 6% ਗੇਨ ਟੈਕਸ ਦੇਣਾ ਪੈਣਾ ਜੀ। ਤੇ ਇਹ ਟੈਕਸ ਨੇ ਬੜਾ ਜਿਹੜਾ ਨਾ ਕਾਫੀ ਟੈਕਸਾਂ ਨੇ ਮਾਰਤਾ ਹੈ ਪ੍ਰਾਪਰਟੀ ਦੇ ਅੰਦਰ। ਬੱਟ ਸਾਹਿਬ ਤੁਹਾਡੇ ਦਿਲ ਦੇ ਬਹੁਤ ਨੇੜੇ ਮੁਸਲਿਮ ਲੀਗ ਨੂਨ ਤੇ ਮੀਆਂ ਨਵਾਜ਼ ਸ਼ਰੀਫ, ਮੀਆਂ ਸ਼ਹਿਬਾਜ਼ ਸ਼ਰੀਫ, ਤੁਹਾਡੀ ਪਾਰਟੀ ਕਿਆਦਤ ਤੇ ਉਹਨਾਂ ਦੀ ਹਕੂਮਤ ਹੈ ਵਫਾਕ 'ਚ ਵੀ, ਸੂਬੇ 'ਚ ਵੀ। ਹਕੂਮਤ ਦੇ ਨਾਲ ਵੀ ਕੋਈ ਤੁਸੀਂ ਕੋਈ ਗੱਲ ਕਰਨਾ ਚਾਹੋ, ਕੋਈ ਪੈਗਾਮ ਦੇਣਾ ਚਾਹੋ ਕਿ ਹਾਲਾਤ ਬਿਹਤਰ ਕਰਨ? ਇਨਸ਼ਾਅੱਲਾ ਤਾਲਾ ਜੀ ਬਿਲਕੁਲ ਹਾਲਾਤ ਬਿਹਤਰ ਹੋਣਗੇ। ਗਵਰਨਮੈਂਟ ਚੇਂਜ ਹੋਈ ਹੈ, ਸਾਡੀ ਆਈ ਹੈ ਇਨਸ਼ਾਅੱਲਾ ਦਾ ਗਵਰਨਮੈਂਟ। ਪ੍ਰਾਪਰਟੀ ਦੇ ਹਾਲਾਤ ਵੀ ਬਿਹਤਰ ਹੋਣਗੇ, ਕਾਰੋਬਾਰੀ ਹਾਲਾਤ ਵੀ ਬਿਹਤਰ ਹੋਣਗੇ, ਇੰਡਸਟਰੀਆਂ ਵੀ ਬਹਾਲ ਹੋਣਗੀਆਂ ਜਿਹੜੀ ਬੰਦ ਸਨ ਇਮਰਾਨ ਖਾਨ ਦੇ ਦੌਰ ਦੇ ਵਿੱਚ। ਹੁਣ ਇਨਸ਼ਾਅੱਲਾ ਤਾਲਾ ਆਸਤਾ ਆਸਤਾ ਸਰਮਾਇਆਕਾਰੀ ਬਾਹਰੋਂ ਆ ਰਹੀ ਹੈ, ਤੁਸੀਂ ਦੇਖ ਹੀ ਰਹੇ ਹੋ। ਸਊਦੀਆ ਮਮਾਲਿਕ ਤੋਂ ਵੀ, ਚਾਈਨਾ, ਹੋਰ ਕਈ ਦੀਗਰ ਜਿਹੜੇ ਮੁਲਕ ਹੈਗੇ ਉਹ ਤਾਵਨ ਕਰ ਰਹੇ ਤੇ ਇਨਸ਼ਾਅੱਲਾ ਤਾਲਾ ਇਹ ਬਿਹਤਰੀ ਦੀ ਤਰਫ ਜਾਏਗਾ। ਬੱਟ ਸਾਹਿਬ 2018 ਤੋਂ ਬਾਅਦ ਜਿਹੜੀ ਗੌਰਮੈਂਟ ਰਹੀ ਹੈ ਨਿਆਜ਼ੀ ਸਰਕਾਰ, ਉਸ ਦੌਰ 'ਚ ਵੀ ਤੁਸੀਂ ਤੇ ਬੜੀਆਂ ਮੁਸ਼ਕਿਲਾਤ ਬਰਦਾਸ਼ਤ ਕੀਤੀਆਂ ਨੂਨ ਲੀਗ ਦੀ ਮੁਹੱਬਤ 'ਚ। ਤੇ ਅੱਜ ਨੂਨ ਲੀਗ ਦੀ ਹਕੂਮਤ ਆ ਤੇ ਫਿਰ ਰੀਅਲ ਸਟੇਟ ਬਿਜ਼ਨਸ ਜਿਹੜਾ ਹੈ ਉਹ ਟੈਕਸਾਂ ਦੀ ਵਜ੍ਹਾ ਤੋਂ ਮੁਸ਼ਕਿਲਾਤ ਦਾ ਸ਼ਿਕਾਰ ਹੈ। ਤੇ ਕੋਈ ਬਿਹਤਰੀ ਦੀ ਉਮੀਦ ਤੁਹਾਡੇ ਦਿਲ ਨਜ਼ਰ ਦੇ ਸਾਹਮਣੇ ਕੋਈ ਹੈ? ਕੋਈ ਬਿਹਤਰੀ ਆ ਰਹੀ ਹੈ? ਇਨਸ਼ਾਅੱਲਾ ਤਾਲਾ ਜੀ ਜ਼ਰੂਰ ਬਿਹਤਰੀ ਆਏਗੀ, ਕਿਉਂ ਨਹੀਂ ਆਏਗੀ। ਦੇਖੋ ਨਾ ਅੱਜ ਡਾਲਰ ਕਿੱਥੇ ਖਲੋਤਾ ਹੈ, 350 ਤੋਂ ਡਾਲਰ ਆ ਕੇ ਤੁਹਾਡਾ 280 ਤੇ 89 ਤੇ ਆ ਗਿਆ ਹੈ। ਤੇ ਇਨਸ਼ਾਅੱਲਾ ਤਾਲਾ ਜਿਉਂ ਇਹ ਡਾਊਨ ਹੋਏਗਾ ਮੁਲਕ ਜਿਹੜਾ ਸਾਡਾ ਉੱਤੇ ਜਾਏਗਾ। ਬੱਟ ਸਾਹਿਬ ਲਾਹੌਰ ਸਗੀਆਂ ਤੇ ਹੀ ਨਹੀਂ, ਪੂਰੇ ਲਾਹੌਰ 'ਚ ਮਾਸ਼ਾਅੱਲਾ ਤੁਹਾਡੀ ਜਿਹੜੀ ਵਕਾਰ ਔਰ ਜ਼ੁਬਾਨ ਦੀ ਪਾਸਦਾਰੀ ਦੀ ਇੱਕ ਸ਼ੋਹਰਤ ਹੈ ਕਿ ਨਦੀਮ ਬੱਟ ਸਾਹਿਬ ਤੇ ਬੱਟ ਸਟੇਟ ਸਗੀਆਂ ਵਾਲੇ ਰੌਲੇ ਵਾਲਾ ਸੌਦਾ ਨਹੀਂ ਲੈਂਦੇ। ਕੀ ਇਹ ਗੱਲ ਸੱਚੀ ਹੈ ਬੱਟ ਸਾਹਿਬ? ਮੇਰੀ ਜਾਨ, ਮੈਨੂੰ ਤਕਰੀਬਨ ਕੋਈ 15 ਸਾਲ ਹੋ ਗਏ ਪ੍ਰਾਪਰਟੀ ਦਾ ਕੰਮ ਕਰਦੇ। ਅਲਹਮਦੁਲਿਲਾ ਅੱਜ ਤੀਕਰ ਕੋਈ ਬੰਦਾ ਸਾਬਤ ਕਰ ਦੇ ਕਿ ਬੱਟ ਸਾਹਿਬ ਨੇ ਕੋਈ ਰੋਲੇ ਗੋਲੇ ਵਾਲੀ ਜਗ੍ਹਾ ਲਿੱਤੀ ਹੈ, ਕਦੀ ਵੀ ਨਹੀਂ। ਅਸੀਂ ਗਿੱਲੀ ਥਾਂ 'ਤੇ ਵੈਸੇ ਹੀ ਪੈਰ ਨਹੀਂ ਰੱਖਦੇ। ਔਰ ਕਈ ਸੌਦੇ ਆਉਂਦੇ ਵੀ ਹੈਗੇ ਕਿ ਜੀ ਇਹ 25 ਪੈਸੇ ਲੈ ਲਓ, 50 ਪੈਸੇ ਲੈ ਲਓ। ਅਸੀਂ ਕਹਿੰਦੇ ਜੀ ਰੁਪਏ ਵਾਲਾ ਹੈਗਾ ਤੇ ਸਾਨੂੰ ਦਿਓ। ਅਵਲ ਗੱਲ ਕਿਸੇ ਦੀ ਜ਼ਰੂਰਤ ਹੀ ਨਹੀਂ ਹੁੰਦੀ, ਉਹ ਸਾਡੇ ਥੜੇ ਤੇ ਵੀ ਚੜੇ 2 ਨੰਬਰ ਬੰਦਾ। ਬੱਟ ਸਾਹਿਬ ਸਾਡੇ ਜਿਹੜੇ ਪਾਕਿਸਤਾਨ ਤੋਂ ਬਾਹਰ ਮੁਕੀਮ ਬੈਰੂਨੇ ਮੁਲਕ ਪਾਕਿਸਤਾਨੀ ਨੇ, ਓਵਰਸੀਜ਼, ਬੱਟ ਸਟੇਟ ਨਾਲ ਇੱਕ ਬਹੁਤ ਬੜੀ ਤਾਦਾਦ ਆ ਉਹਨਾਂ ਦੀ ਵੀ ਜਿਹੜੇ ਜੁੜੇ ਹੋਏ ਨੇ। ਉੱਥੇ ਬੈਠੇ ਤੁਹਾਡੇ ਨਾਲ ਉਹ ਇਨਵੈਸਟਮੈਂਟ ਕਰਦੇ ਨੇ, ਤੁਸੀਂ ਬੜੀ ਬੜੀ ਡੀਲਸ ਕਰਦੇ ਨੇ। ਤੁਸੀਂ ਉਹਨਾਂ ਦਾ ਜਿਹੜੀ ਸਰਮਾਇਆਕਾਰੀ ਜਾਂ ਪੈਸਾ ਹੈ ਉਹ ਕਿਸ ਤਰ੍ਹਾਂ ਖਰਚ ਕਰਦੇ ਹੋ ਜਿਹੜਾ ਉਹਨਾਂ ਦੀ ਗੈਰ ਮੌਜੂਦਗੀ 'ਚ ਵੀ ਇੰਨੇ ਮੁਤਮਿਨ ਨੇ ਤੁਹਾਡੇ ਤੋਂ? ਇਸ ਬਾਰੇ ਕੁਝ ਦੱਸੋ। ਅਗਰ ਜਿਹੜਾ ਬੰਦਾ ਪ੍ਰਾਪਰਟੀ ਖਰੀਦਦਾ ਹੈ
ਬਾਹਰੋਂ ਸੇਵਿੰਗ ਕਰਕੇ ਪੈਸੇ ਭੇਜਦਾ ਹੈ, ਅਗਰ ਉਹਦੀ ਪੈਸੇ ਸੇਫ ਨਾ ਹੋਣ ਇੱਥੇ ਆ ਕੇ ਉਹਦੇ ਨਾਲ ਫਰਾਡ ਹੋ ਜਾਵੇ ਤੇ ਉਹ ਸਾਡੇ ਮੁਲਕ ਵਾਸਤੇ ਕੀ ਸੋਚੇਗਾ। ਤੇ ਉਹ ਅੱਛਾ ਲਫ਼ਜ਼ ਤੇ ਨਹੀਂ ਇਸਤੇਮਾਲ ਕਰੇਗਾ, ਬੁਰੇ ਦੇ ਲਫ਼ਜ਼ਾਂ ਦਾ ਇਸਤੇਮਾਲ ਕਰੇਗਾ। ਲੇਕਿਨ ਅਲਹਮਦੁਲਿਲਾ ਅੱਲਾ ਦਾ ਕਰੋੜ ਸ਼ੁਕਰ ਹੈ ਕਿ ਮੇਰੇ ਕੋਲ ਓਵਰਸੀਜ਼ ਇੰਨੇ ਕੁ ਹੈਗੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਮੇਰੇ ਕੋਲ ਹੈਗੀਆਂ, ਉਹ ਤਹਫਜ਼ ਦੇ ਨਾਲ ਹੈਗੇ ਹੀ। ਉਹਨਾਂ ਦੀਆਂ ਰਜਿਸਟਰੀਆਂ ਤਿਕਰ ਮੇਰੇ ਕੋਲ ਅਮਾਨਤਾਂ ਉਹਨਾਂ ਦੀਆਂ ਪਈਆਂ, ਜਿਹੜੇ 4-4 3-3 ਸਾਲ ਤੋਂ ਬਾਹਰੋਂ ਨਹੀਂ ਆਏ। ਉਹਨਾਂ ਦੀਆਂ ਪੇਮੈਂਟਾਂ ਮੇਰੇ ਕੋਲ ਆ ਗਈਆਂ, ਕਈ ਬੰਦਿਆਂ ਦੀ ਰਜਿਸਟਰੀਆਂ ਵੀ ਨਹੀਂ ਹੋਈਆਂ, ਪੇਮੈਂਟ ਆ ਗਈ ਹੈ। ਜ਼ਾਹਿਰ ਗੱਲ ਹੈ ਉਹ ਆਉਣਗੇ ਤੇ ਸਾਈਨ ਅੰਗੂਠੇ ਕਰਨਗੇ ਤੇ ਆਪਣੇ ਹੈਂਡਓਵਰ ਲੈਣਗੇ। ਤੇ ਇਹ ਸਾਰੇ ਇਤਮਾਦ ਦੀ ਗੱਲ ਹੈਗੀ ਹੈ। ਇਤਮਾਦ ਬਰਡ ਸਟੇਟ ਦਾ ਇੱਕ ਅਦਾਰਾ ਹੈ, ਪੂਰੀ ਦੁਨੀਆ ਦੀ ਕਿਸੇ ਨੂੰ ਪੁੱਛ ਕੇ ਦੇਖੋ ਜੀ ਬਰਡ ਸਟੇਟ, ਉਹ ਤੁਹਾਨੂੰ ਦੱਸਣਗੇ ਜੀ ਵਾਕਈ ਉਹ ਸਾਫ਼ ਸੁਥਰਾ ਕੰਮ ਕਰਦੇ, ਉਹ ਰੋਲੇ ਗੋਲੇ ਵਾਲੇ ਕੰਮ ਨਹੀਂ ਹੈਗੇ। ਹਾਲਾਂਕਿ ਹਰ ਕੰਮ ਦੁਨੀਆ ਦਾ ਹੋ ਸਕਦਾ ਹੈ, ਲੇਕਿਨ ਆਪਣਾ ਜ਼ਮੀਰ ਗੁਆਰਾ ਨਹੀਂ ਕਰਦਾ ਇਸ ਕੰਮ ਨੂੰ। WhatsApp ਤਾਕਤ ਇਖਤਿਆਰਾਤ ਨੇ, ਵਸਾਇਲ ਨੇ, ਤਲੁਕਾਤ ਨੇ, ਔਰ ਸਿਆਸੀ ਵਾਲੇ ਨਾਲ ਵੀ ਤੁਹਾਡਾ ਇੱਕ ਅੱਛਾ ਸੋਸ਼ਲ ਸਰਕਲ ਹੈ। ਤੇ ਜਿਹੜੇ ਸਾਡੇ ਨਾਜ਼ਰੀਨ ਬੈਰੂਨੇ ਮੁਲਕ ਇਸ ਟਾਈਮ ਸਾਨੂੰ ਦੇਖ ਰਹੇ ਨੇ, ਓਵਰਸੀਜ਼ ਪਾਕਿਸਤਾਨੀ, ਉਹ ਤੁਹਾਡੇ ਨਾਲ ਕੋਈ ਇਨਵੈਸਟਮੈਂਟ ਕਰਨਾ ਚਾਹਣ, ਕੋਈ ਡੀਲ ਕਰਨਾ ਚਾਹਣ ਤੇ ਉਹ ਮੁਕੰਮਲ ਇਤਮੀਨਾਨ ਦੇ ਨਾਲ ਕਰ ਸਕਦੇ ਨੇ। ਕੋਈ ਪੈਗਾਮ ਓਵਰਸੀਜ਼ ਪਾਕਿਸਤਾਨੀਆਂ ਨੂੰ ਦੇ ਦਿਓ। ਜੀ ਬਿਲਕੁਲ, ਅਸੀਂ ਇੱਕ ਤੇ ਰਿਹਾਇਸ਼ੀ ਕੰਮ ਨਹੀਂ ਕਰਦੇ, ਸਾਡਾ ਹੈਗਾ ਇੰਡਸਟਰੀਅਲ ਪਲਾਟਾਂ ਦਾ ਕੰਮ। ਜੀ। ਤੇ ਜ਼ਾਹਿਰ ਗੱਲ ਹੈ ਇੰਡਸਟਰੀ ਪਲਾਟਾਂ ਦਾ ਕੰਮ ਸਾਫ਼ ਸੁਥਰਾ ਔਨ ਗਰਾਊਂਡ ਕੰਮ ਹੈਗਾ। ਇਹ ਨਹੀਂ ਕਿ ਕਟਿੰਗ ਹੋਏਗੀ ਤੇ ਫਿਰ ਅਸੀਂ ਦਿਆਂਗੇ ਇਹਨਾਂ ਨੂੰ, ਲੇਕਿਨ ਸਾਡੇ ਕੋਲ ਸਾਫ਼ ਸੁਥਰਾ ਕੰਮ ਹੈ। ਇਨਵੈਸਟਮੈਂਟ ਕਰਨ, ਜ਼ਰੂਰ ਕਰਨ, ਪਹਿਲੇ ਜਾਂਚ ਪੜਤਾਲ ਕਰ ਲੈਣ ਸਾਡੇ ਬਾਰੇ ਦੇ ਵਿੱਚ, ਉਸ ਤੋਂ ਬਾਅਦ ਆਪਣੀ ਇਨਵੈਸਟਮੈਂਟ ਕਰਨ ਬਾਹਰੋਂ। ਉਹਨਾਂ ਦੀ ਜਿੱਥੇ ਚੀਜ਼ ਜਿੱਥੇ ਹੋਏਗੀ ਉੱਥੇ ਹੀ ਉਹਨਾਂ ਨੂੰ ਮਿਲੇਗੀ। 10 ਸਾਲ ਬਾਅਦ ਵੀ ਆਉਣਗੇ ਤੇ ਉੱਥੇ ਹੀ ਉਹਨਾਂ ਦੀ ਜਗ੍ਹਾ ਉੱਥੇ ਹੀ ਮਿਲਣੀ ਹੈ ਉਹਨਾਂ ਨੂੰ। ਤੇ ਬੇਸ਼ੱਕ ਸਾਨੂੰ ਗੂਗਲ 'ਤੇ ਚੈੱਕ ਕਰਨ, ਸਾਡਾ ਬਰਡ ਸਟੇਟ ਦੇ ਨਾਂ ਤੋਂ ਬਣਿਆ, ਐਡ ਕਰੋ ਤੇ ਚੈੱਕ ਕਰੋ ਤੁਸੀਂ। WhatsApp ਜਿਹੜਾ ਇਹ ਮੇਰਾ ਸਵਾਲ ਹੈ ਨਾ ਜੀ, ਇਹ ਮੈਂ ਓਵਰਸੀਜ਼ ਪਾਕਿਸਤਾਨੀਆਂ ਦੇ ਬਿਹਾਫ ਤੇ ਤੁਹਾਡੇ ਕੋਲ ਪੁੱਛਣਾ ਚਾਹੁੰਦਾ। ਤੁਸੀਂ ਆਪਣੀ ਔਰ ਆਪਣੇ ਅਦਾਰੇ ਦੀ ਦਿਆਨਤਦਾਰੀ, ਮਿਆਰ ਔਰ ਸਾਖ ਦਾ ਤੇ ਦੱਸ ਦਿੱਤਾ, ਮਜ਼ੀਦ ਲੋਕ ਚੈੱਕ ਵੀ ਕਰ ਲੈਣਗੇ। ਮਗਰ ਇਸੇ ਪਾਕਿਸਤਾਨੀ ਮੁਆਸ਼ਰੇ 'ਚ, ਇਸੇ ਲਾਹੌਰ ਸ਼ਹਿਰ ਦੇ ਵਿੱਚ ਬੜੇ ਬੜੇ ਫਰਾਡ ਵੀ ਹੁੰਦੇ ਨੇ ਔਰ ਪ੍ਰਾਪਰਟੀ ਦੇ ਵਿੱਚ ਹੀ ਹੁੰਦੇ ਨੇ। ਨਦੀਮ ਭੱਟ ਸਾਹਿਬ ਕੋਲ ਜਿਹੜਾ ਓਵਰਸੀਜ਼ ਪਾਕਿਸਤਾਨੀ ਆਪਣੀ ਇਨਵੈਸਟਮੈਂਟ ਕਰੇਗਾ, ਉਹ ਇਸ ਮੁਆਸ਼ਰੇ ਦੇ ਚੋਰਾਂ ਡਾਕੂਆਂ ਤੋਂ ਆਪਣੀ ਪਲਾਟ, ਜ਼ਮੀਨ, ਪ੍ਰਾਪਰਟੀ ਬਚਾ ਪਾਏਗਾ? ਇਸ ਵਾਲੇ ਨਾਲ ਤੁਸੀਂ ਦੱਸੋ। ਸਰ, ਇਸ ਇਲਾਕੇ ਦੇ ਮੈਂ ਥੋੜ੍ਹੇ ਅਰਸੇ ਦੇ ਹੀ ਨਾਂ ਵੀ ਕਮਾਇਆ ਔਰ ਪੈਸਾ ਵੀ ਕਮਾਇਆ ਔਰ ਇਮਾਨਦਾਰੀ ਨਾਲ ਕੰਮ ਕੀਤਾ। ਨਹੀਂ ਸਾਨੂੰ ਸਮਝ ਆਉਂਦੀ, ਅਸੀਂ ਉਹ ਕੰਮ ਹੀ ਨਹੀਂ ਕਰਦੇ। ਤੇ ਜਿਹੜੇ ਲੋਕ ਜ਼ਿਆਦਾਤਰ ਸਾਡੇ ਕੋਲ ਓਵਰਸੀਜ਼ ਕਾਫੀ ਹੈਗੇ ਹੈ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਹੈ, ਮਾਸ਼ਾਅੱਲਾ ਸਿਲਸਿਲਾ ਉਹਨਾਂ ਦੇ ਨਾਲ ਬਹੁਤ ਅੱਛਾ ਜਾ ਰਿਹਾ ਸਾਡਾ। ਕਿਸੇ ਕੰਟੂਟੇ ਦੀ ਛੱਡ ਕੇ ਕਿਸੇ ਦੀ ਜ਼ਰੂਰਤ ਨਹੀਂ ਗਈ ਕਿ ਇਹ ਸਾਡੇ ਨਾਲ ਕੋਈ ਪੰਗਾ ਲੈ ਇਸ ਕੰਮ ਦੇ ਅੰਦਰ। ਨਾ ਆਪ ਕਰਨੇ ਨਾ ਕਰਨ ਦੇਣੇ ਕਿਸੇ ਨੂੰ ਇਹ ਕੰਮ। ਕਿਸੇ ਕੰਟੂਟੇ ਦੀ ਜ਼ਰੂਰਤ ਨਹੀਂ ਹੈ ਕਿ ਸਾਡੇ ਵੱਲ ਵੇਖੇ ਜਾਂ ਕੋਈ 2 ਨੰਬਰ ਕੰਮ ਅਸੀਂ ਕਰੀਏ, ਜਾਂ ਕਿਸੇ ਓਵਰਸੀਜ਼ ਪਾਕਿਸਤਾਨੀ ਦੀ ਜਿਹੜੀ ਸਾਡੇ ਕੋਲ ਅਮਾਨਤ ਹੋਏ ਉਹਦੇ ਵੱਲ ਕੋਈ ਕੰਨ ਟੁੱਟਾ ਵੇਖੇ। ਇਹ ਕਹਿਣਾ ਜੇ ਨਦੀਮ ਭੱਟ ਸਾਹਿਬ ਦਾ, ਜਿਨ੍ਹਾਂ ਨੇ ਬੜੇ ਸਿੱਧੇ ਸਾਫ਼ ਲਫ਼ਜ਼ਾਂ ਦੇ ਵਿੱਚ ਗੱਲ ਮੁਕਾ ਛੱਡੀ ਹੈ ਕਿ ਓਵਰਸੀਜ਼ ਪਾਕਿਸਤਾਨੀਆਂ ਦੀਆਂ ਅਮਾਨਤਾਂ ਸਾਡੇ ਕੋਲ ਮੌਜੂਦ ਨੇ ਔਰ ਅਸੀਂ ਪੂਰੀ ਦਿਆਨਤਦਾਰੀ ਦੇ ਨਾਲ ਉਹਨਾਂ ਦੀ ਜਿਤਨੀ ਬਿਜ਼ਨਸ ਡੀਲਸ ਨੇ, ਪ੍ਰਾਪਰਟੀ ਡੀਲਸ ਨੇ, ਇਨਵੈਸਟਮੈਂਟ ਨੇ, ਉਹ ਅਸੀਂ ਕਰਦੇ ਹਾਂ। ਔਰ ਇਸੇ ਤਰ੍ਹਾਂ ਹੀ ਸਾਡਾ ਅਦਾਰਾ ਇਮਾਨਦਾਰੀ ਦੇ ਨਾਲ ਕੰਮ ਕਰਦਾ ਰਹੇਗਾ। ਤੇ ਜਿੰਨੇ ਓਵਰਸੀਜ਼ ਪਾਕਿਸਤਾਨੀ ਬੈਰੂਨੇ ਮੁਲਕ ਦੇਖਣ ਵਾਲੇ, ਅੰਦਰੂਨੇ ਮੁਲਕ ਦੇਖਣ ਵਾਲੇ, ਲਾਹੌਰ ਸ਼ਹਿਰ ਦੇ ਵੇਖਣ ਵਾਲੇ, ਲਾਹੌਰ ਤੋਂ ਬਾਹਰ ਪਾਕਿਸਤਾਨ ਬਾਰੇ 'ਚ ਦੇਖਣ ਵਾਲੇ, ਉਹਨਾਂ ਸਾਰਿਆਂ ਨੂੰ ਬਰਡ ਸਟੇਟ ਦਾ ਇਹ ਹੀ ਪੈਗਾਮ ਹੈ ਕਿ ਤੁਸੀਂ ਲਾਹੌਰ ਸ਼ਹਿਰ ਦੇ ਵਿੱਚ ਇੰਡਸਟਰੀ ਦੇ ਹਵਾਲੇ ਨਾਲ ਕੋਈ ਪ੍ਰੋਜੈਕਟ, ਕੋਈ ਮਨਸੂਬਾ ਲਾਉਣਾ ਚਾਹੁੰਦੇ ਹੋ, ਇੱਕ ਦਫਾ ਤੁਸੀਂ ਬਰਡ ਸਟੇਟ ਦਾ ਵਿਜ਼ਿਟ ਕਰੋ, ਨਦੀਮ ਭੱਟ ਸਾਹਿਬ ਨਾਲ ਮੁਲਾਕਾਤ ਕਰੋ। ਨਦੀਮ ਭੱਟ ਸਾਹਿਬ ਤੁਹਾਨੂੰ ਇੰਡਸਟਰੀ ਪਲਾਟ ਦੀ ਲੋਕੇਸ਼ਨ, ਕ੍ਰਾਈਟੇਰੀਆ, ਸਰਕਾਰੀ ਰਿਕੁਆਇਰਮੈਂਟ ਸਮੇਤ ਤਮਾਮ ਉਹਦੇ ਸਰਕਮਸਟਾਂਸਸ ਬੜੀ ਅੱਛੀ ਤਰ੍ਹਾਂ ਡਿਫਾਈਨ ਕਰਨਗੇ, ਕਿਉਂਕਿ ਗੁਜ਼ਸ਼ਤਾ ਲੰਬੇ ਅਰਸੇ ਤੋਂ ਇੰਡਸਟਰੀ ਦੇ ਜਿਹੜੇ ਪਲਾਟਸ ਨੇ ਉਹਨਾਂ ਦੀ ਖਰੀਦੋ ਫਰੋਖਤ ਨਾਲ ਨਦੀਮ ਭੱਟ ਸਾਹਿਬ ਜੁੜੇ ਹੋਏ ਨੇ, ਇਹਨਾਂ ਦਾ ਅਦਾਰਾ ਜੁੜਿਆ ਹੋਇਆ। ਔਰ ਲਾਹੌਰ ਸ਼ਹਿਰ 'ਚ ਇਮਾਨਦਾਰੀ 'ਚ, ਮਿਆਰ 'ਚ, ਵਕਾਰ 'ਚ, ਜ਼ੁਬਾਨ ਦੀ, ਵਾਅਦੇ ਦੀ ਪਾਸਦਾਰੀ 'ਚ ਔਰ ਅਮਾਨਤਾਂ ਦੀ ਦਿਆਨਤਦਾਰੀ ਨਾਲ ਹਿਫਾਜ਼ਤ ਕਰਨ 'ਚ ਨਦੀਮ ਭੱਟ ਸਾਹਿਬ ਦਾ ਇੱਕ ਨਾਮ ਹੈ, ਭੱਟ ਸਟੇਟ ਦਾ ਇੱਕ ਨਾਮ ਹੈ। ਸਾਡੀ ਵੀ ਦੁਆ ਹੈ ਅੱਲਾਹ ਤਾਲਾ ਪਾਕਿਸਤਾਨ ਨੂੰ ਨਦੀਮ ਭੱਟ ਸਾਹਿਬ ਜੈਸੇ ਮਜ਼ੀਦ ਇਮਾਨਦਾਰ ਬਿਜ਼ਨਸਮੈਨ ਦੇਵੇ ਤਾਂ ਕਿ ਸਾਡਾ ਮੁਲਕ ਤਰੱਕੀ ਕਰੇ। ਸਾਡੇ ਪੰਜਾਬ ਦਾ, ਲਾਹੌਰ ਸ਼ਹਿਰ ਦੀ ਪੱਗ ਦਾ ਜਿਵੇਂ ਸ਼ਿਮਲਾ ਉੱਚਾ ਨਦੀਮ ਭੱਟ ਸਾਹਿਬ ਨੇ ਕੀਤਾ,
ਬਾਕੀ ਦੁਨੀਆ ਦੇ ਬਿਜ਼ਨਸਮੈਨ ਵੀ ਇੰਝ ਹੀ ਸਾਡਾ ਪੰਜਾਬ ਦਾ ਤੇ ਲਾਹੌਰ ਸ਼ਹਿਰ ਦਾ ਸ਼ਿਮਲਾ ਉੱਚਾ ਕਰਨ। ਅਬਦੁਲ ਹਨਾਨ ਚੌਧਰੀ ਨੂੰ ਦਿਓ ਇਜਾਜ਼ਤ, ਤੁਹਾਡੇ ਨਾਲ ਹੋਏਗੀ ਫਿਰ ਮੁਲਾਕਾਤ। ਅੱਲਾ ਨਿਗਹਿਬਾਨ।